ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਭੇਟ ਲੈ ਅਪਾਰ ਹਰੀ ਗੋਤ ਜੱਟ ਲਏ ਨਾਰ। ਦੀਨ ਹੋਏ ਭਾਰ ਆਏ ਪੱਗ ਲਪਟਾਏ ਹੈ। ਏਕ ਕੋਸ ਗਾਉਂ ਤੇ ਹੈ ਮੰਦਰ ਪੁਰਾਨੋ ਜਹਾਂ। ਤਹਾਂ ਗੁਰੂ ਥਿਰੇ ਉਨ ਸੇਵੇ ਬਹੁ ਪਾਏ ਹੈ। ਭੇਟ ਲੈ ਅਪਾਰ ਹਰੀ ਗੋਤ ਜੱਟ ਲਏ ਨਾਰ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ। ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ। ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਪਾਵਨ ਪਵਿੱਤਰ ਤਖਤ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਐਸੇ ਪਵਿੱਤਰ ਤਖਤ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ, ਹਾਜ਼ਰੀਆਂ ਭਰਨ ਵਾਸਤੇ ਜੋੜ ਮਿਲ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਰਸਨਾ ਕਰੋ ਪਵਿੱਤਰ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਮਦਮੇ ਟਕਸਾਲ ਦਾ ਸਥਾਪਨਾ ਦਿਵਸ ਮਨਾਉਣ ਵਾਸਤੇ ਬੜੇ ਪ੍ਰੇਮ ਦੇ ਨਾਲ ਤਖਤ ਸਾਹਿਬ ਦੀ ਸਤਿਗੁਰਾਂ ਦੀ ਸੰਗਤ ਦੀ ਚਰਨ ਛੋਹ ਪ੍ਰਾਪਤ ਕਰਨ ਵਾਸਤੇ ਜਥਾ ਸੰਗਤ ਪਹੁੰਚਿਆ ਹੈ। ਜਿਸ ਵਿੱਚ ਅਤੀ ਸਤਿਕਾਰਯੋਗ ਬੜੇ ਪ੍ਰੇਮ ਦੇ ਨਾਲ ਤਖਤ ਸਾਹਿਬ ਦੀ ਸਤਿਗੁਰਾਂ ਦੀ ਸੰਗਤ ਦੀ ਚਰਨ ਛੋਹ ਪ੍ਰਾਪਤ ਕਰਨ ਵਾਸਤੇ ਜਥਾ ਸੰਗਤ ਪਹੁੰਚਿਆ ਹੈ। ਜਿਸ ਵਿੱਚ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਤਿਨਾਂ ਦੇ ਸਹਿਯੋਗ ਸਦਕਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਯੋਗ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਨੇ ਕਿਰਪਾ ਕੀਤੀ ਹੈ, ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਜੋ ਸਾਹਿਬਾਂ ਦੇ ਪਵਿੱਤਰ ਚਰਨਾਂ ਦੇ ਵਿੱਚ ਇਹ ਦਿਹਾੜਾ ਮਨਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਦਾਸ ਪੜ੍ਹਦਾ ਪਿਆ ਸੀ,
ਦਮਦਮੀ ਟਕਸਾਲ ਕਿਹਨੂੰ ਕਹਿੰਦੇ ਆ? ਸ਼੍ਰੀਮਾਨ ਭਾਈ ਕਾਹਨ ਸਿੰਘ ਜੀ ਨਾਭਾ, ਉਹਨਾਂ ਆਪਣੇ ਪ੍ਰਸਿੱਧ ਗ੍ਰੰਥ ਮਹਾਨ ਕੋਸ਼ ਦੇ ਵਿੱਚ ਬੜਾ ਸੁੰਦਰ ਜ਼ਿਕਰ ਕੀਤਾ ਹੈ। ਉਹ ਲਿਖਦੇ ਨੇ ਕਿ ਸੰਪਰਦਾਇ ਗਿਆਨੀਆਂ ਦੀ, ਵਿਦਵਾਨਾਂ ਦੀ ਉਹ ਪ੍ਰਣਾਲੀ ਜਿਹੜੀ ਦਮਦਮਾ ਸਾਹਿਬ ਤੋਂ ਚੱਲੀ ਹੈ। ਮੈਂ ਹੈਰਾਨ ਹੁੰਦਾ, ਹਿੰਦੂ ਧਰਮ ਉਹਨਾਂ ਦਾ ਵਿਦਿਆ ਦਾ ਇੱਕ ਪ੍ਰਸਿੱਧ ਕੇਂਦਰ ਹੈ ਕਾਂਸ਼ੀ, ਤੇ ਵਿਦਿਆ ਨੇ ਕਿੰਨੀ ਤਰੱਕੀ ਕੀਤੀ ਹੈ ਉੱਥੇ। ਉਹਨਾਂ ਪਾਸ 4 ਵੇਦ ਨੇ, ਖੱਟ ਸ਼ਾਸਤਰ ਨੇ, 27 ਉਹਨਾਂ ਨੇ ਆਪਣੀਆਂ ਮਰਿਆਦਾ ਦੀਆਂ ਸਿਮਰਤੀਆਂ ਹੀ ਲਿਖ ਮਾਰੀਆਂ ਨੇ ਵੀ ਉਹਨਾਂ ਦੀ ਮਰਿਆਦਾ ਕੀ। ਸਿਮਰਤੀ ਮੈਨੇ ਕਾਨੂੰਨ ਦਾ ਗ੍ਰੰਥ, ਜਿਹ 'ਚ ਕਾਨੂੰਨ ਲਿਖਿਆ ਹੋਵੇ ਵੀ ਚੱਲਣਾ ਕਿੱਦਾਂ ਹੈ। 18 ਪੁਰਾਣ ਨੇ ਤੇ ਤਕਰੀਬਨ ਆਪ ਜੀ ਬੜੇ ਸਿਆਣੇ ਸਰੋਤੇ ਹੋ, 111 ਦੇ ਕਰੀਬ ਤੇ ਉਪਨਿਸ਼ੇਦੀ ਨੇ। ਬਾਕੀ ਕੋਈ ਅੰਤ ਹੀ ਨਹੀਂ ਹੈ ਸਾਹਿਤ ਦਾ, ਧਾਰਮਿਕ ਗ੍ਰੰਥਾਂ ਦਾ। ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ 10ਵੇਂ ਨਾਨਕ ਪੰਥ ਦੇ ਵਾਲੀ ਸਰਬੰਸ ਦਾਨੀ ਇਹ ਵਰ ਦਿੰਦੇ 10ਵੇਂ ਨਾਨਕ ਪੰਥ ਦੇ ਵਾਲੀ ਸਰਬੰਸ ਦਾਨੀ ਇਹ ਵਰ ਦਿੰਦੇ ਨੇ ਕਿ ਇਹ ਗੁਰੂ ਕੀ ਕਾਂਸ਼ੀ ਹੈ। ਉਹ ਕਾਂਸ਼ੀ ਕਿਹਦੀ ਹੈ? ਭਗਵਾਨ ਸ਼ਿਵ ਦੀ। ਇਹ ਕਿਹਦੀ ਕਾਂਸ਼ੀ ਹੈ? ਇਹ ਗੁਰੂ ਦੀ ਕਾਂਸ਼ੀ। ਤੇ ਤੁਸੀਂ ਹੈਰਾਨ ਹੋਵੋਗੇ, ਫਰਕ ਬੜਾ ਹੈ। ਹਰ ਇੱਕ ਨਹੀਂ ਪੜ੍ਹ ਸਕਦਾ ਉੱਥੇ ਜਾ ਕੇ। ਉਹਦੇ ਵਾਸਤੇ ਜ਼ਰੂਰੀ ਨਹੀਂ ਆ ਵੀ ਤੀਕਸ਼ਣ ਬੁੱਧੀ ਚਾਹੀਦੀ ਹੈ, ਦਿਮਾਗ ਚੰਗਾ ਚਾਹੀਦਾ ਹੈ, ਨਾਲ ਜਾਤ ਵੀ ਚਾਹੀਦੀ ਹੈ, ਨਾਲ ਪਾਤ ਵੀ ਚਾਹੀਦੀ ਹੈ। ਪਰ ਇਹ ਕਿੱਦਾਂ ਦੀ ਕਾਂਸ਼ੀ ਹੈ? ਪੜ੍ਹ ਹੈ ਇਹਾਂ ਮੂੜ ਮਤ ਰਾਸੀ, ਨਾ ਕੋਈ ਜਾਤ ਨਾ ਕੋਈ ਪਾਤ, ਭਾਵੇਂ ਮੂਰਖ ਕਿਉਂ ਨਾ ਹੋਵੇ ਇੱਥੇ ਆ ਜਾਵੇ ਸਾਈਂ। ਮਹਾਰਾਜ ਕਹਿੰਦੇ ਨੇ ਲੇਖਕ ਗੁਣੀ ਕਵਿੰਦ ਗਿਆਨੀ। ਲੇਖਕ ਬਣ ਸਕਦਾ ਹੈ, ਗੁਣੀ ਬਣ ਸਕਦਾ ਹੈ, ਵਿਦਵਾਨ ਬਣ ਸਕਦਾ ਹੈ, ਕਵੀ ਰਾਜ ਬਣ ਸਕਦਾ ਹੈ। ਵੈਸੇ ਮੈਂ ਦੁਨੀਆ ਵਿੱਚ ਇੱਦਾਂ ਦੀ ਕਾਂਸ਼ੀ ਕਿਤੇ ਨਹੀਂ ਦੇਖੀ ਜਿੱਥੇ ਗੁੰਗੇ ਵੀ ਪੜ੍ਹਨ ਤੇ ਜਿੱਥੇ ਬੋਲੇ ਵੀ ਸੁਣਨ। ਇਹ ਗੁਰੂ ਦਾ ਦਰ ਕਿੱਦਾਂ ਦਾ ਹੈ? ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ, ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ ਜੋ ਕਾਲ, ਕਿਰਪਾ ਕਰਾਏ। ਐਸਾ ਪਵਿੱਤਰ ਸਥਾਨ ਟਕਸਾਲ ਮੈਨੇ ਜਿੱਥੇ ਸਿੱਕੇ ਘੜੇ ਜਾਂਦੇ, ਇੱਥੇ ਜੀਵਨ ਘੜੇ ਜਾਂਦੇ ਨੇ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ।
ਦੁਨਿਆਵੀ ਸਿੱਕਾ ਇੱਕ ਟਕਸਾਲ ਵਿੱਚ ਘੜਿਆ ਜਾਂਦਾ ਹੈ ਤੇ ਇੱਕ ਦੇਸ਼ 'ਚ ਚੱਲਦਾ, ਦੂਜੇ 'ਚ ਨਹੀਂ। ਪਰ ਜਿਹਦਾ ਜੀਵਨ ਇਸ ਦਰ ਤੋਂ ਘੜਿਆ ਜਾਂਦਾ ਹੈ, ਦੁਨਿਆਵੀ ਲੋਕਾਂ ਦੀ ਗੱਲ ਛੱਡੋ, ਇੱਥੇ ਵੀ ਚੱਲਦਾ ਹੈ ਤੇ ਪਰਲੋਕ 'ਚ ਵੀ ਚੱਲਦਾ ਹੈ। ਆਓ ਬੈਠ ਆਦਰ ਸੁਭ ਦੇਵ, ਰੇਰੈ ਦਰਗਹਿ ਕਹੇ ਨਾ ਕੋ। ਰੱਬ ਦੀ ਦਰਗਾਹ ਦੇ ਵਿੱਚ ਵੀ ਉਹਨੂੰ ਸਤਿਕਾਰ ਦਿੱਤਾ ਜਾਂਦਾ ਹੈ। ਹਰ ਰੋਜ਼ ਆਪ ਸੰਗਤ ਬੜੇ ਪ੍ਰੇਮ ਦੇ ਨਾਲ ਸ਼੍ਰੀਮਾਨ ਪੰਥ ਦੇ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਦੀ ਪਵਿੱਤਰ ਰਚਨਾ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਕਥਾ ਸ਼ਰਵਣ ਕਰਦੇ। ਸੰਖੇਪ ਦੇ ਵਿੱਚ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ, ਕਰਨ ਕਾਦਰ, ਤਿਲਕ ਜੰਜੂ ਰਾਖਾ ਪ੍ਰਭ ਤਾਕਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਤਿਨਾਂ ਦਾ ਪਵਿੱਤਰ ਇਤਿਹਾਸ ਗਿਆਨੀ ਗਿਆਨ ਸਿੰਘ ਜੀ ਸ਼ਰਵਣ ਕਰਾ ਰਹੇ ਨੇ। ਕਿਉਂਕਿ ਮੁੱਖ ਤਾਂ ਹੈ ਪੰਥ ਪ੍ਰਕਾਸ਼, ਲਿਖਣਾ ਤੇ ਪੰਥ ਦਾ ਹੈ, ਪਰ ਪੰਥ ਦੀਆਂ ਜੜ੍ਹਾਂ ਕੀ ਨੇ, ਪੰਥ ਚੱਲਿਆ ਕਿੱਥੋਂ ਹੈ। ਇਸ ਕਰਕੇ 10 ਪਾਤਸ਼ਾਹੀਆਂ ਦਾ ਸੰਖੇਪ ਦੇ ਵਿੱਚ ਜ਼ਿਕਰ ਕਰ ਰਹੇ। ਜਿੱਥੇ ਨਾਲ ਨਾਲ ਆਪ ਸੰਗਤਾਂ ਹਰ ਰੋਜ਼ ਬੜੇ ਪ੍ਰੇਮ ਦੇ ਨਾਲ ਹੈਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਵਿਦਵਾਨਾਂ ਪਾਸੋਂ ਸ਼ਾਮ ਸਵੇਰੇ ਕਥਾ ਸ਼ਰਵਣ ਕਰਦੇ ਹੋ, ਉੱਥੇ ਕੱਲ੍ਹ ਨੂੰ ਵੀ ਜਿੱਥੇ ਸਵੇਰ ਦੀ ਕਥਾ ਦਮਦਮੀ ਟਕਸਾਲ ਦੇ ਸਿੰਘਾਂ ਵੱਲੋਂ ਕੀਤੀ ਜਾਣੀ ਹੈ, ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਖੰਡ ਪਾਠ ਸਾਹਿਬ ਵੀ ਸੰਪੂਰਨ ਹੋਣੇ ਨੇ। ਕੋਸ਼ਿਸ਼ ਕਰਿਓ ਕੀਮਤੀ ਸਮੇਂ ਵਿੱਚ ਉਹ ਸਮਾਂ ਕੱਢ ਕੇ ਹਾਜ਼ਰੀ ਭਰਨ ਵਾਸਤੇ, ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ, ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਸਾਬਕਾ ਜਥੇਦਾਰ, ਹੋਰ ਵੀ ਵਿਦਵਾਨਾਂ ਨੇ ਹਾਜ਼ਰੀਆਂ ਭਰਦੀਆਂ ਨੇ। ਆਓ ਇੱਕ ਵਾਰੀ ਸਾਰੀਆਂ ਸੰਗਤਾਂ ਰਸਨਾ ਕਰੋ ਪਵਿੱਤਰ, ਤਾਂ ਕਿ ਜੋ ਨਿੱਤ ਦੀ ਵਿਚਾਰ ਹੈ, ਜੋ ਨਿੱਤ ਦਾ ਭੋਜਨ ਹੈ, ਨਿੱਤ ਦਾ ਰਸ ਹੈ, ਜਿਹਨੂੰ ਸਿੱਖ ਛੱਡ ਨਹੀਂ ਸਕਦਾ, ਜੇ ਇੱਕ ਵਾਰੀ ਇਹ ਸਵਾਦ ਪੈ ਜੇ, ਨਸ਼ਾ ਪੈ ਜੇ ਗੁਰਬਾਣੀ ਦੀ ਕਥਾ ਦਾ, ਇਤਿਹਾਸ ਦੀ ਕਥਾ ਦਾ, ਆਪਾਂ ਸ਼ਰਵਣ ਕਰੀਏ। ਇੱਕ ਵਾਰੀ ਸਾਰੀਆਂ ਸੰਗਤਾਂ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭੇਟ ਲੈ ਅਪਾਰ ਹਰੀ, ਗੋਤ ਜੱਟ ਲਏ ਨਾਰ, ਦੀਨ ਹੋਏ ਭਾਰ ਆਏ, ਪੱਗ ਲਪਟਾਏ ਹੈ। ਆਪ ਜੀ ਨੇ ਪਿੱਛੇ ਸ਼ਰਵਣ ਕੀਤਾ ਹੈ, ਕਿਤੇ ਤੇ ਜ਼ਿਕਰ ਆਉਂਦਾ ਹੈ ਤਲੋਕਾ ਤੇ ਕਿਤੇ ਜ਼ਿਕਰ ਆਉਂਦਾ ਮਲੂਕਾ। 23 ਪਿੰਡਾਂ ਦਾ ਚੌਧਰੀ ਸੀ, ਚੰਗਾ ਭਲਾ ਬੰਦਾ ਸੀ, ਪਰ ਗੁਰੂ ਬੜਾ ਮਾੜਾ ਮਿਲ ਗਿਆ। ਕਾਜ਼ੀ ਆਪਣੇ ਕੰਧੀ ਬੰਦ ਬੈਰਾਗੀ ਇਹਦਾ ਗੁਰੂ ਸੀ। ਉਹਦੇ ਚੁੱਕਣ ਤੇ ਈਰਖਾ ਵਸ ਸਤਿਗੁਰੂ ਦੇ ਦਰਸ਼ਨ ਕਰਨ ਨਹੀਂ ਆਇਆ। ਆਪ ਤੇ ਕੀ ਆਉਣਾ ਸੀ, ਪਿੰਡ ਵਾਲਿਆਂ ਨੂੰ ਨਾ ਆਉਣ ਦਿੱਤਾ। ਤੇ 3 ਵਾਰੀ ਘੋੜੇ ਤੇ ਚੜ੍ਹਿਆ, ਮਿੱਟੀ ਉਡਾਉਂਦਾ, ਮਹਾਰਾਜ ਦੇ ਤੰਬੂਆਂ ਦੇ ਡੇਰੇ ਦੇ ਲਾਗਿਓਂ ਦੀ ਲੰਘਦਾ ਹੈ। ਕਸੂਰ ਇਹਦਾ ਨਹੀਂ ਆ, ਕਸੂਰ ਤੇ ਪਿੱਛੇ ਸਿੱਖਿਆ ਦੇਣ ਵਾਲੇ ਦਾ ਹੈ। 3 ਵਾਰੀ ਮਿੱਟੀ ਉਡਾਉਂਦਾ ਲੰਘਿਆ ਹੈ। ਸੰਗਤਾਂ ਨੇ ਬੜਾ ਰੋਸ ਕੀਤਾ। ਮਿਲਣਾ ਨਾ ਮਿਲਣਾ ਵੱਖਰੀ ਗੱਲ, ਆਉਣਾ ਨਾ ਆਉਣਾ ਵੱਖਰੀ ਗੱਲ ਹੈ, ਪਰ ਸੰਗਤ ਦਾ ਨਿਰਾਦਰ ਕਰਨਾ, ਗੁਰੂ ਸਾਹਿਬ ਦਾ ਨਿਰਾਦਰ ਕਰਨਾ, ਇਹ ਮਲੂਕੇ ਚੌਧਰੀ ਨੇ ਜਾਂ ਤਲੋਕੇ ਚੌਧਰੀ ਨੇ ਕੀਤਾ। ਤਾਂ ਸਤਿਗੁਰਾਂ ਦੇ ਮੁਖ ਤੋਂ ਜਦੋਂ ਸੰਗਤ ਨੇ ਇਹ ਗੱਲ ਕਹੀ
ਮੈਂ ਬੜਾ ਹੈਰਾਨ ਹੁੰਨਾ ਕਈ ਵਾਰੀ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਵਾ ਸੰਤ ਦਾ ਤੇ ਸਤਿਗੁਰੂ ਦਾ ਫਰਕ। ਉਹ ਕਹਿੰਦੇ ਵੈਸੇ ਤੇ ਦੋਵੇਂ ਇੱਕ ਰੂਪ ਨੇ, ਔਰ ਇੱਕ ਨੰਬਰ ਦਾ ਫਰਕ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ 100 ਵਿੱਚ ਵਰਤੈ ਸਿੱਖ ਸੰਤ। ਜੇ ਸਿੱਧਾ ਪੰਜਾਬੀ 'ਚ ਗੱਲ ਕਰੀਏ, ਸੰਤ ਦੇ ਨੰਬਰ ਕਿੰਨੇ ਨੇ? 100। 100 ਵਿੱਚ ਵਰਤੈ ਸਿੱਖ ਸੰਤ, ਤੇ ਅੱਗੇ 7100 ਸਤਿਗੁਰ ਅਬਿਨਾਸੀ। ਤੇ ਸਤਿਗੁਰੂ ਦਾ ਨੰਬਰ ਕੀ ਆ? 101। ਕਿਉਂ ਜੇ ਸਤਿਗੁਰੂ ਨਾ ਹੁੰਦਾ ਤੇ ਸੰਤ ਕਿੱਥੋਂ ਬਣਨਾ ਸੀ? ਰੱਬ ਕਿੱਥੋਂ ਬਣਨਾ ਸੀ? ਸੰਗਤ ਦੇ ਵਿੱਚ ਬੜਾ ਬਲ ਹੈ। ਜਦੋਂ ਸੰਗਤ ਨੇ ਆਹ ਗੱਲ ਮਹਾਰਾਜ ਕੋਲੇ ਕੀਤੀ ਹੈ ਤਾਂ ਸਤਿਗੁਰਾਂ ਦੇ ਮੁਖੋਂ ਕੀ ਬਚਨ ਨਿਕਲਿਆ ਸੀ? ਜਵੰਦੇ ਅਕਲ ਦੇ ਅੰਧੇ, ਨਾ ਤੇਈਆ ਨਾ ਬਾਈਆ, ਹੋਸੀ ਥੇਈਆ ਥੇਈਆ। ਇਹ ਬਚਨ ਸਤਿਗੁਰੂ ਦੇ ਮੁਖ ਤੋਂ ਨਿਕਲੇ। ਤੇ ਉਹ ਬਚਨ ਜਦੋਂ ਇਸ ਮਲੂਕੇ ਚੌਧਰੀ ਦੇ ਗੁਰੂ ਨੂੰ ਪਤਾ ਲੱਗੇ ਤਾਂ ਉਹਨੇ ਆਖਿਆ, ਮਲੂਕਿਆ ਠੀਕ ਹੈ, ਮੈਂ ਤੈਨੂੰ ਚੁੱਕਣਾ ਕਰ ਦਿੱਤੀ, ਈਰਖਾ ਵਸ ਮੈਂ ਵੀ ਆ ਗਿਆ, ਪਰ ਸੱਚੀ ਗੱਲ ਇਹ ਹੈ ਕਿ ਇਹ ਜਿਹੜਾ ਬਚਨ ਨਿਕਲਿਆ ਇਹ ਮੇਰੇ ਤੋਂ ਨਹੀਂ ਮੁੜਦਾ। ਜਾ ਕੇ ਪੈਰੀ ਪੈ ਜਾਓ, ਭੁੱਲ ਬਖਸ਼ਾ ਲਓ। ਤਾਂ ਉਹ ਫਿਰ ਸਾਰੇ ਜਾਣੇ ਇਕੱਠੇ ਹੋ ਕੇ, ਜ਼ਿਮੀਂਦਾਰ ਜਿਹੜੇ ਸੀ ਹਰੀਕੇ, ਇਹ ਆਏ ਨੇ ਇਕੱਠੇ ਹੋ ਕੇ ਭੁੱਲ ਬਖਸ਼ਾਉਣ ਵਾਸਤੇ। ਏਕ ਕੋਸ ਗਾਉਂ ਤੇ ਹੈ ਮੰਦਰ ਪੁਰਾਨੋ ਜਹਾਂ, ਤਹਾਂ ਗੁਰੂ ਥਿਰੇ ਉਨ ਸੇਵੇ ਬਹੁ ਪਾਏ ਹੈ। ਇੱਕ ਕੋਹ ਤੇ ਹੈ ਗਾਉਂ, ਉੱਥੇ ਇੱਕ ਪੁਰਾਣਾ ਮਕਾਨ ਹੈ, ਉਹਦੇ ਵਿੱਚ ਸਤਿਗੁਰੂ ਟਿਕੇ ਨੇ ਤੇ ਸੰਗਤ ਬੜੇ ਪ੍ਰੇਮ ਨਾਲ ਉਹਨਾਂ ਦੀ ਸੇਵਾ ਕਰਦੀ ਹੈ। ਜੈਸੇ ਫੀਲ ਦਾਂਤ ਸਤਿਪੁਰਖਨ ਕੀ ਬਾਤ, ਤੈਸੇ ਮੁਖੋ ਜੋ ਨਿਕਸ ਜਾਤ ਫੇਰ ਨਾ ਫਿਰਾਏ ਹੈ। ਦ੍ਰਿਸ਼ਟਾਂਤ ਬੜਾ ਕਮਾਲ ਦਾ ਦਿੰਦੇ। ਫੀਲ ਕਹਿੰਦੇ ਹਾਥੀ ਨੂੰ, ਤੇ ਹਾਥੀ ਦੇ ਦੰਦ ਜਿਹੜੇ ਬਾਹਰ ਨਿਕਲੇ ਨੇ ਇਹ ਮੂੰਹ 'ਚ ਨਹੀਂ ਪੈਂਦੇ, ਇਹ ਪਛਾਣ ਨਹੀਂ ਜਾਂਦੇ। ਇੱਕ ਵਾਰੀ ਸਤਿਗੁਰੂ ਦੇ ਮੁਖ ਤੋਂ ਜਿਹੜਾ ਬਚਨ ਨਿਕਲ ਗਿਆ ਉਹ ਮੁੜਦਾ ਨਹੀਂ ਹੈ। ਇਹ ਗਿਆਨੀ ਜੀ ਦੱਸਣਾ ਚਾਹੁੰਦੇ। ਆਪਾਂ ਪੜ੍ਹਦੇ ਹਾਂ, ਮਾਈ ਸਤ 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 ਹਰ, ਸਤ 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 ਸਾਧਾ, ਬਚਨ ਗੁਰੂ ਜੋ ਪੂਰੇ ਕਹਿਓ, ਮੈਂ ਸ਼ੀਂਕ ਗਾਠਰੀ ਬਾਧਾ ਨਿਸ ਬਾਸਰ ਨਖੇਤਰ ਬਨਾਸੀ, ਰਵ ਸਸੀਰ ਬੇਨਾਦਾ, ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾ ਦਾ। ਗੁਰੂ ਦਾ ਬਚਨ ਨਹੀਂ ਮਿਥਿਆ ਹੋ ਸਕਦਾ, ਗੁਰੂ ਦਾ ਬਚਨ ਨਹੀਂ ਮੁੜ ਸਕਦਾ। ਤਾਂ ਜਿਵੇਂ ਹਾਥੀ ਦੇ ਦੰਦ ਨਿਕਲੇ ਹੋਏ ਮੂੰਹ 'ਚ ਮੁੜ ਕੇ ਨਹੀਂ ਪੈਂਦੇ, ਇਸੇ ਤਰ੍ਹਾਂ ਇੱਕ ਵਾਰੀ ਜਿਹੜੇ ਬਚਨ ਹੋ ਗਏ ਉਹ ਮੁੜਦੇ ਨਹੀਂ ਹਨ। ਇਹ ਗੱਲ ਗਿਆਨੀ ਜੀ ਦੱਸਦੇ ਹਨ। ਕਾਲ ਚਾਲ ਮਾਰੇ ਸੋ ਉਜੜ ਗ੍ਰਾਮ ਸਾਰੇ ਗਏ, ਗੰਗ ਕੇ ਕਿਨਾਰੇ ਬਸੇ ਦਿੱਲੀ ਪਾਰ ਜਾਏ ਹੈ। ਜਦੋਂ ਇਹਨਾਂ ਨੇ ਮਾਫੀ ਮੰਗੀ, ਚਰਨ ਫੜੇ, ਗੁੜ ਦੀ ਭੇਲੀ, ਰੁਪਈਆ, ਹੋਰ ਵਸਤੂਆਂ ਲੈ ਕੇ ਹਾਜ਼ਰ ਹੋਏ ਮਹਾਰਾਜ ਦੇ ਚਰਨਾਂ 'ਚ, ਤਾਂ ਸਤਿਗੁਰੂ ਜੀ ਨੇ ਫਿਰ ਇਹ ਬਚਨ ਕੀਤਾ ਸੀ ਵੀ ਜਿਹੜਾ ਬਚਨ ਹੋ ਗਿਆ ਹੋ ਗਿਆ। ਫਿਰ ਇੱਕ ਵਾਰ ਦਿੱਤਾ ਮਹਾਰਾਜ ਨੇ ਇਹਨਾਂ ਨੂੰ ਵੀ ਇੱਥੇ ਪਾਉਣੇ, ਹੋਰ ਥਾਂ ਚਾਉਣੇ। ਇਹ ਵਰ ਵੀ ਦਿੱਤਾ ਮਹਾਰਾਜ ਨੇ, ਇੱਥੇ ਪਾਉਣੇ, ਹੋਰ ਥਾਂ ਚਾਉਣੇ। ਇੱਥੇ ਵਸੋਗੇ ਤੇ ਐਵੇਂ ਥੋੜੇ ਜੇ, ਹੋਰ ਥਾਂ ਵਸੋਗੇ ਤੇ 4 ਗੁਣਾ ਵਧੋਗੇ ਜਾ ਕੇ। ਉਹ ਬਚਨ ਪੂਰਾ ਹੋਇਆ ਜੀ। 18ਵੀਂ ਸਦੀ ਵਿੱਚ ਗਿਲਜੀਆਂ ਨੇ ਹਮਲਾ ਕੀਤਾ। 23 ਪਿੰਡ ਸੀ ਇਹਨਾਂ ਦੇ, 23 ਦੇ 23 ਪਿੰਡ ਉਹਨਾਂ ਉਜਾੜੇ ਨੇ। ਤੇ ਫਿਰ ਇਹ ਦਿੱਲੀ ਦੇ ਲਾਗੇ ਜਾ ਕੇ ਵਸੇ ਨੇ। ਉੱਥੇ ਫਿਰ ਜਿਹੜਾ ਵਰ ਸੀ ਨਾ, ਇੱਥੇ ਪਾਉਣੇ ਤੇ ਹੋਰ ਥਾਂ ਚਾਉਣੇ, ਉੱਥੇ ਫਿਰ 83 ਪਿੰਡਾਂ ਦੇ ਮਾਲਕ ਬਣੇ ਨੇ। ਤੇ ਇਹਨਾਂ 'ਚੋਂ ਮਲਮਗੜ੍ਹ ਵਾਲਾ ਰਾਜਾ 1914 'ਚ ਅੰਗਰੇਜ਼ਾਂ ਨੇ ਉਹਨੂੰ ਫਾਂਸੀ ਦਿੱਤੀ ਸੀ, ਉਹਨੇ ਵਿਦਰੋਹ ਕੀਤਾ ਸੀ। ਤਾਂ ਐਸਾ ਵਾਰ ਸਤਿਗੁਰੂ ਜੀ ਦਾ
ਫਿਰ ਸਮੇਂ ਅਨੁਸਾਰ ਪੂਰਾ ਹੋਇਆ। ਇੱਥੋਂ ਕਾਲ ਚੱਕਰ ਨਾਲ ਉੱਜੜ ਗਏ ਤੇ ਗੰਗਾ ਦੇ ਕਿਨਾਰੇ ਦਿੱਲੀ ਜਾ ਕੇ ਵਸੇ ਹਨ। ਸੋ ਜਟਵਾੜਾ ਹੈ ਜਵੰਦਿਆਂ ਕਾ ਮਸ਼ਹੂਰ, ਹਸਤਨਾਪੁਰ ਕੇ ਗਿਰਦ ਬਸ ਹੈ ਪਏ। ਉਹਨੂੰ ਜਟਵਾੜਾ ਕਹਿੰਦੇ ਨੇ ਜਵੰਦਿਆਂ ਦਾ। ਹਸਤਨਾਪੁਰ ਦਿੱਲੀ ਦੇ ਲਾਗੇ ਵਸਦੇ ਹਨ। ਤਿੰਨ ਹੀ ਕੇ ਬੀਚ ਸੇ ਧਰਮ ਸਿੰਘ ਪਿਆਰਾ ਭਇਓ, ਦਸਮ ਗੁਰੂ ਨੇ ਬਾਰ ਜਾਹੇ ਬਹੁ ਹੈ ਦਏ। ਤੇ ਇਹਨਾਂ ਪਰਿਵਾਰਾਂ ਦੇ ਵਿੱਚੋਂ ਹੀ ਫਿਰ ਹਸਤਨਾਪੁਰ ਨਿਵਾਸੀ ਭਾਈ ਸੰਤ ਰਾਮ ਜੀ ਦੇ ਸੁਪੁੱਤਰ ਮੇਰੇ ਖਿਆਲ ਨਾਲ 1723 ਬਿਕਰਮੀ ਵਿੱਚ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਪੈਦਾ ਹੋਏ ਸੀ, ਜਿਨ੍ਹਾਂ ਨੂੰ ਪੰਜਾਂ ਪਿਆਰਿਆਂ ਵਿੱਚੋਂ ਭਾਈ ਧਰਮ ਸਿੰਘ ਜੀ ਪਿਆਰੇ ਕਹਿੰਦੇ ਹਨ। ਇਹ ਸੰਤ ਰਾਮ ਦੇ ਸੁਪੁੱਤਰ ਸਨ। ਇਹਨਾਂ ਵਿੱਚੋਂ ਸਨ ਜਿਨ੍ਹਾਂ ਨੂੰ ਸਤਿਗੁਰਾਂ ਨੇ ਬੜੇ ਵਰ ਦਿੱਤੇ ਹਨ। ਸੋ ਪੰਥ ਨਿਰਮਲ ਗਾਥ ਮੈਂ ਦਿਖੈ ਹੈ ਚੱਲ, ਪੰਥ ਪ੍ਰਭਾਕਰ ਗ੍ਰੰਥ ਮੈਂ ਸੇਜੇ ਲਏ। ਉਹ ਜਿਹੜੀ ਕਥਾ ਹੈ ਨਿਰਮਲ ਪੰਥ ਦੀ ਗਾਥਾ ਵਿੱਚ ਲਿਖਾਂਗੇ, ਪੰਥ ਪ੍ਰਭਾਕਰ ਗ੍ਰੰਥ ਦੇ ਵਿੱਚੋਂ ਲੈ ਕੇ। ਇਤ ਦਿਸ ਨਾਮ ਗੁਰ ਹਰੀ ਗੋਤ ਜਟਨ ਕੋ, ਬਾਰ ਦੈ ਕੈ ਭਲ ਚੱਲ ਸੇਖੇ ਗ੍ਰਾਮ ਤੈ ਗਏ। ਇੱਧਰ ਨੌਵੇਂ ਪਾਤਸ਼ਾਹ ਜਿਨ੍ਹਾਂ ਦਾ 400 ਸਾਲਾ ਗੁਰੂ ਕਿਰਪਾ ਕਰੇ, ਤਰਸ ਕਰੇ, ਆਪਾਂ ਸਾਰੇ ਮਨਾਈਏ ਚੜ੍ਹਦੀ ਕਲਾ ਨਾਲ ਨੌਵੇਂ ਪਾਤਸ਼ਾਹ ਦੇ ਚਰਨਾਂ ਨਾਲ ਪ੍ਰੇਮ ਪਾ ਕੇ। ਐਸੇ ਸਤਿਗੁਰਾਂ ਦਾ 400 ਸਾਲਾ ਵੀ ਨੌਵੇਂ ਪਾਤਸ਼ਾਹ ਜਿਨ੍ਹਾਂ ਦਾ 400 ਸਾਲਾ ਗੁਰੂ ਕਿਰਪਾ ਕਰੇ, ਤਰਸ ਕਰੇ, ਆਪਾਂ ਸਾਰੇ ਮਨਾਈਏ ਚੜ੍ਹਦੀ ਕਲਾ ਨਾਲ ਨੌਵੇਂ ਪਾਤਸ਼ਾਹ ਦੇ ਚਰਨਾਂ ਨਾਲ ਪ੍ਰੇਮ ਪਾ ਕੇ। ਐਸੇ ਸਤਿਗੁਰਾਂ ਦਾ 400 ਸਾਲਾ ਵੀ ਜੇ ਮਹਾਰਾਜ ਨੇ ਕਿਰਪਾ ਕਰ ਦਿੱਤੀ, ਆ ਬਿਮਾਰੀ ਲੈ ਜੇ ਗਲੋਂ ਟਲ ਜਾਵੇ। ਵੇਖੋ ਬੰਦਾ ਬੰਦੇ ਤੋਂ ਮੂੰਹ ਲੁਕਾਉਂਦਾ ਫਿਰਦਾ ਹੈ, ਪੁੱਤ ਪਿਓ ਤੋਂ ਮੂੰਹ ਲੁਕਾਉਂਦਾ ਫਿਰਦਾ, ਘਰ ਵਾਲੀ ਘਰ ਬਿਮਾਰੀ ਲੈ ਜੇ ਗਲੋਂ ਟਲ ਜਾਵੇ। ਵੇਖੋ ਬੰਦਾ ਬੰਦੇ ਤੋਂ ਮੂੰਹ ਲੁਕਾਉਂਦਾ ਫਿਰਦਾ ਹੈ, ਪੁੱਤ ਪਿਓ ਤੋਂ ਮੂੰਹ ਕਰ ਦਿੱਤੀ, ਆ ਬਿਮਾਰੀ ਲੈ ਜੇ ਗਲੋਂ ਟਲ ਜਾਵੇ। ਵੇਖੋ ਬੰਦਾ ਬੰਦੇ ਤੋਂ ਮੂੰਹ ਲੁਕਾਉਂਦਾ ਫਿਰਦਾ ਹੈ, ਪੁੱਤ ਪਿਓ ਤੋਂ ਮੂੰਹ ਲੁਕਾਉਂਦਾ ਫਿਰਦਾ, ਘਰ ਵਾਲੀ ਘਰ ਵਾਲੇ ਤੋਂ ਮੂੰਹ ਲੁਕਾਉਂਦੀ ਫਿਰਦੀ, ਰਹਿੰਦੇ ਇੱਕ ਘਰ ਦੇ ਵਿੱਚ। ਤੇ ਜਦੋਂ ਕਿਤੇ ਗੁਰਦੁਆਰੇ ਮੂੰਹ ਬੰਨ ਕੇ ਆਈਏ ਨਾ ਬਾਹਰ, ਕਈ ਵਾਰੀ ਸੋਚੀ ਪੈ ਜਾਈਦਾ ਹੈ ਤੇ ਇਸੇ ਵਾਹ ਵਾਲੇ ਸੀ ਜਿਹੜੀ ਰੱਬ ਨੇ ਬਾਹਰ ਕਰਕੇ ਵਿਖਾਤੀ। ਅੰਦਰੋਂ ਕੁਝ ਤੇ ਮੂੰਹ ਤੋਂ ਕੁਝ, ਤੇ ਮਹਾਰਾਜ ਨੇ ਬਣਾ ਹੀ ਦਿੱਤੇ ਨਾ, ਫਿਰ ਕਿੰਨੇ ਔਗਣ ਹੋਣਗੇ ਇਸ ਬੰਦੇ ਦੇ ਵਿੱਚ। ਇਹ ਲਹਿਜੇ ਤੇ 400 ਸਾਲਾ ਨੌਵੇਂ ਪਾਤਸ਼ਾਹ ਦਾ। ਐਸੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਫਿਰ ਇਸ ਗੋਤ ਦੇ ਜ਼ਿਮੀਂਦਾਰਾਂ ਨੂੰ ਵਰ ਦੇ ਕੇ ਸੇਖੇ ਪਿੰਡ ਤੋਂ ਚੱਲੇ ਹਨ ਅੱਗੇ। ਗ੍ਰਾਮ ਫਰਵਾਹੀ ਗਏ ਕੀਨ ਸੇਵ ਚਾਹੀਓ ਨ, ਬਸੇ ਏਕ ਰਹਿਨ ਤਾਹੀ ਭਏ ਸਿੱਖ ਲੋਗ ਹੈ। ਫਿਰ ਸੱਚੇ ਪਾਤਸ਼ਾਹ ਫਰਵਾਹੀ ਪਿੰਡ ਗਏ ਹਨ। ਉਹਨਾਂ ਬਹੁਤ ਚਾਅ ਨਾਲ ਮਹਾਰਾਜ ਦੀ ਰਾਤ ਸੇਵਾ ਕੀਤੀ। ਇੱਕ ਰਾਤ ਸਤਿਗੁਰੂ ਉਹਨਾਂ ਦਾ ਪ੍ਰੇਮ ਦੇਖ ਕੇ ਉਹਨਾਂ ਦੇ ਪਿੰਡ ਰਹੇ ਹਨ। ਕਹਾਂ ਤੈ ਤੁਰੈ ਕੈ ਕਟੂ ਨਾਮ ਗ੍ਰਾਮ ਜੈ ਕੈ ਗੁਰ, ਦਰਸ਼ਨ ਦੈ ਕੈ ਸਿੱਖ ਕੈ ਕੈ ਭਲੇ ਜੋਗ ਹੈ। ਉਥੋਂ ਦੇ ਸਿੱਖ ਬਣੇ ਨੇ ਲੋਕ ਜਿੰਨੇ ਹਨ, ਉਥੋਂ ਤੁਰੇ ਨੇ ਸੱਚੇ ਪਾਤਸ਼ਾਹ। ਜਿਹੜਾ ਕਟੂ ਗ੍ਰਾਮ ਹੈ, ਇਹਦੇ ਬਾਰ-ਬਾਰ ਸਤਿਗੁਰੂ ਜੀ ਬੈਠੇ ਸੀ। ਅੱਜ ਉਹਨਾਂ ਦਾ ਗੁਰਦੁਆਰਾ ਸਾਹਿਬ ਵੀ ਉੱਥੇ ਸੁਸ਼ੋਭਿਤ ਹੈ ਤੇ ਪ੍ਰਤੱਖ ਉੱਥੇ ਬਰਕਤ ਅੱਜ ਵੀ ਵਰਤਦੀ ਹੈ ਕਟੂ ਪਿੰਡ ਦੇ ਵਿੱਚ। ਇਸ ਜਗ੍ਹਾ ਦਾਸ ਦਮਦਮੀ ਟਕਸਾਲ ਦੇ ਨਾ ਸਮਾਗਮ ਹੁੰਦੇ ਨੇ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ, ਤੇ ਮੰਡੀ ਦੇ ਵਿੱਚ ਸਮਾਗਮ ਹੁੰਦੇ ਨੇ। ਉੱਥੇ ਲਾਗੇ ਹੀ ਗੁਰਮੁਖ ਪਿਆਰਿਆਂ ਦਾ ਘਰ ਆ, ਬ੍ਰਾਹਮਣਾਂ ਦਾ ਮੁੰਡਾ ਸੀ। ਆ ਕੁਝ ਸਮੇਂ ਦੀ ਗੱਲ ਹੈ। ਹਰ ਰੋਜ਼ ਨੌਵੇਂ ਪਾਤਸ਼ਾਹ ਦੇ ਸਥਾਨ ਤੇ ਮੱਥਾ ਟੇਕਦਾ ਸੀ। ਸਰਕਾਰੀ ਟੀਚਰ ਸੀ, ਪਿੱਛੋਂ ਹਿਮਾਚਲ ਦਾ ਸੀ। ਗੁਰਦੁਆਰੇ ਸਾਹਿਬ ਤੇ ਕਲਸ਼ ਚੜ੍ਹਨਾ ਸੀ। ਉੱਥੇ ਜਿਹੜੇ ਸੰਤ ਸੇਵਾ ਕਰਾਉਂਦੇ ਉਹਨਾਂ ਕਲਸ਼ ਵਿਖਾਇਆ ਵੀ ਮਾਸਟਰਾ ਤੂੰ ਸਿਆਣਾ, ਕਲਸ਼ ਵੇਖ ਲਾ। ਉਹ ਜਦੋਂ ਕਲਸ਼ ਖੋਲ ਕੇ ਕਿਤੇ ਰੱਖਣ ਲੱਗੇ, ਪੈਰ ਤੇ ਵੱਜ ਗਿਆ। ਉਹ ਪੱਤਰੀ ਨਾਲ, ਕਮਲ ਦੇ ਪੱਤੇ ਜਿਹੜੇ ਹੁੰਦੇ ਸਟੀਲ ਦੇ, ਉਹਨਾਂ ਨਾਲ ਵੱਢਿਆ ਗਿਆ ਪੈਰ ਕਿਤੇ,
ਉੱਥੇ ਹੀ ਡਿਸਪੈਂਸਰੀ ਚੱਲਦੀ ਤੇ ਉਹਨੇ ਪੱਟੀ ਕਰਾ ਲਈ, ਧਿਆਨ ਨਾ ਦਿੱਤਾ, ਮਨ ਚ ਬਣਾਈ ਵੀ ਸਟੀਲ ਦਾ ਕਲਸ ਹੈ। ਪਰ ਗੱਲ ਉਹੋ ਹੀ ਹੋ ਗਈ ਜਿਹੜਾ ਜਿੱਦਾਂ ਆਪਾਂ ਕੋਈ ਲੋਹਾ ਆਪਣੇ ਵੱਜ ਜਾਵੇ ਜਾਂ ਮੇਖ ਖੁੱਭ ਜਾਵੇ, ਆਪਾਂ ਨੂੰ ਲਿਸ਼ਕ ਦਾ ਟੀਕਾ ਲਵਾਉਣਾ ਪੈਂਦਾ, ਨਾ ਲਵਾਇਆ। ਹੌਲੀ ਹੌਲੀ ਪੈਰ ਸੁੰਨ ਹੋਣਾ ਸ਼ੁਰੂ ਹੋਇਆ, ਧਿਆਨ ਨਾ ਦਿੱਤਾ ਵੀ ਉਦਾਂ ਵੀ ਕਿਤੇ ਹੋ ਹੀ ਜਾਂਦਾ ਬੈਠਿਆ। ਹੌਲੀ ਹੌਲੀ ਲੱਤ ਸੁੰਨ ਹੋਣੀ ਸ਼ੁਰੂ ਹੋ ਗਈ। ਅਖੀਰ ਨੌਬਤ ਇੱਥੋਂ ਤੱਕ ਆ ਗਈ ਵੀ ਲੱਤ ਹੀ ਖੜ ਗਈ ਤੇ ਬੜਾ ਹੈਰਾਨ, ਸਰਕਾਰੀ ਨੌਕਰੀ ਸੀ, ਬਹੁਤ ਇਲਾਜ ਕਰਾਇਆ, ਪੈਸਾ ਲਾਇਆ, ਗੱਲ ਬਣੀ ਨਾ। ਡਾਕਟਰਾਂ ਨੇ ਆਖਿਆ ਵੀ ਲੱਤ ਵੱਢਣੀ ਪੈਣੀ ਹੈ। ਇਹ ਕੱਟੂ ਪਿੰਡ ਦੀ ਗੱਲ ਸੁਣਾਉਣ ਡਿਆ ਜਿੱਥੇ ਨੌਵੇਂ ਪਾਤਸ਼ਾਹ ਗਏ। ਮਹਾਰਾਜ ਦੀ ਬਰਕਤ ਅੱਜ ਵੀ ਵਰਤਦੀ ਉੱਥੇ, ਜੇ ਕੋਈ ਭਾਵਨਾ ਰੱਖੇ, ਸ਼ਰਧਾ ਰੱਖੇ ਤਾਂ ਉਹ ਜਦੋਂ ਉਹਦੀ ਲੱਤ ਕੱਟਣ ਲੱਗੇ ਤਾਂ ਜਿਹੜੇ ਉੱਥੇ ਸੇਵਾ ਕਰਾਉਂਦੇ ਨੇ ਮਹਾਤਮਾ, ਉਹ ਆਏ ਮਿਲਣ ਵਾਸਤੇ। ਉਹਨਾਂ ਨਾਲ ਕਮੇਟੀ ਵੀ ਗੁੱਸੇ ਵੀ ਜੇ ਇਹਨੇ ਹਰਜਾਨਾ ਭਰਤਾ ਅਸੀਂ ਕਿੱਥੋਂ ਪੈਸੇ ਦੇਵਾਂਗੇ, ਕੇਸ ਕਰਤਾ ਫਿਰ ਕੀ ਕਰਾਂਗੇ। ਚਲੋ ਉਹਨਾਂ ਨੇ ਅਰਦਾਸ ਕਰਾਈ ਨੌਵੇਂ ਪਾਤਸ਼ਾਹ ਦੇ ਚਰਨਾਂ 'ਚ, ਮਹਾਰਾਜ ਤੁਹਾਡੇ ਦਰ ਤੇ ਮੱਥਾ ਟੇਕਦੇ ਬ੍ਰਾਹਮਣਾਂ ਦਾ ਮੁੰਡਾ, ਤੇ ਤੁਸੀਂ ਹੈਰਾਨ ਹੋਵੋਗੇ ਵੀ ਜਿਹੜੀ ਲੱਤ ਡਾਕਟਰਾਂ ਨੇ ਵੱਢਣੀ ਸੀ ਉਹ ਅੱਜ ਚੰਗਾ ਭਲਾ 9/9 ਤੁਰਿਆ ਫਿਰਦਾ। ਤੇ ਪਹਿਲਾ ਕੰਮ ਪਤਾ ਕੀ ਕੀਤਾ? ਨਾ ਘਰ ਵਾਲੀ ਨੂੰ ਦੱਸਿਆ, ਨਾ ਨਿਆਣਿਆਂ ਨੂੰ ਦੱਸਿਆ, ਨਾ ਪਿਓ ਨੂੰ ਦੱਸਿਆ, ਨਾ ਮਾਂ ਨੂੰ ਦੱਸਿਆ, ਸਾਰਾ ਟੱਬਰ ਤੇ ਹਿੰਦੂ, ਤੇ ਜਾ ਕੇ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਛਕ ਲਿਆ। ਆਖੋ ਸਤਨਾਮ। ਹੁਣ ਕਮਾਲ ਦੀ ਗੱਲ ਇਹ ਆ ਵੀ ਉਹਦੇ ਰਿਸ਼ਤੇਦਾਰ ਸਾਰੀ ਰਾਧਾ ਸੁਆਮੀ, ਉਹ ਤੋਂ ਥੋੜਾ ਜੀ ਨਫ਼ਰਤ ਜੀ ਕਰਨ ਲੱਗ ਪਏ ਵੀ ਏਡੀ ਵੱਡੀ ਸ੍ਰੀ ਸਾਹਿਬ ਪਾਈ ਫਿਰਦਾ, ਇਹ ਤੇ ਅੱਤਵਾਦੀ ਬਣ ਗਿਆ, ਕੱਟੜ ਬਣ ਗਿਆ। ਉਹਨੇ ਚਲੋ ਮਿੰਨਤ ਤਰਲਾ ਕੀਤਾ, ਘਰੇ ਅਖੰਡ ਪਾਠ ਸਾਹਿਬ ਕਰਾਇਆ, ਆਪਦੀਆਂ ਭੈਣਾਂ ਭੂਆ ਸੱਦੀਆਂ। ਪਹਿਲਾਂ ਉਹ ਗੁੱਸੇ ਹੋ ਗਏ ਸਾਰੇ ਵੀ ਅੱਤਵਾਦੀ ਬਣ ਗਿਆ। ਫਿਰ ਉਹਨੇ ਮਿੰਨਤ ਕੀਤੀ ਵੀ ਤੁਸੀਂ ਕਿਹਨੂੰ ਮੰਨਦੇ ਆ? ਉਹ ਰਾਧਾ ਸੁਆਮੀ ਸੀ, ਕਹਿੰਦੇ ਅਸੀਂ ਉਹ ਜਿਹੜੇ ਉਹਨਾਂ ਦੇ ਹੋਣਗੇ ਸੰਤ ਉਹਨਾਂ ਨੂੰ ਮੰਨਦੇ ਆ। ਉਹ ਕਹਿੰਦਾ ਤੁਸੀਂ ਸਰਦਾਰ ਨੂੰ ਹੀ ਮੰਨਦੇ ਆ ਨਾ? ਹਾਂ, ਕਹਿੰਦੇ ਸਰਦਾਰ ਨੂੰ ਮੰਨਦੇ। ਕਹਿੰਦਾ ਫਿਰ ਮੈਂ ਉਹਨੂੰ ਮੰਨਦਾ ਜਿੰਨੇ ਸਰਦਾਰ ਬਣਾਏ ਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਤੁਸੀਂ ਸਰਦਾਰ ਨੂੰ ਮੰਨਦੇ, ਅਸੀਂ ਉਹਨੂੰ ਮੰਨਦੇ ਆ ਜਿੰਨੇ ਸਰਦਾਰੀਆਂ ਦਿੱਤੀਆਂ। ਇੰਨਾ ਫਰਕ ਆ। ਪਹਿਲਾਂ ਤਾਂ ਨਹੀਂ, ਉਹ ਕਹਿੰਦੇ, ਉਹ ਸਿੰਘ ਦੱਸਦਾ ਹੁੰਦਾ, ਅੱਜ ਵੀ ਮਿਲਦਾ ਬੜੇ ਪ੍ਰੇਮ ਨਾਲ, ਕਹਿੰਦਾ ਪਹਿਲਾਂ ਤਾਂ ਨਹੀਂ ਮੇਰੇ ਨਾਲ ਰਾਸ ਰਲਾਈ ਇਹਨਾਂ। ਹੁਣ ਜਿਹੜੇ ਕਹਿੰਦੇ ਨਾ ਅੰਮ੍ਰਿਤ ਨਹੀਂ ਛਕਣਾ ਚਾਹੀਦਾ, ਇਹ ਉਹ ਕਹਿ ਰਿਹਾ ਵਾ, ਮੇਰੇ ਤੇ ਯਕੀਨ ਭਾਵੇਂ ਨਾ ਕਰੇ। ਉਹ ਸਿੰਘ ਕਹਿ ਰਿਹਾ, ਉਹ ਕਹਿੰਦਾ ਇਹ ਹਿਮਾਚਲ 'ਚ ਜੋਤਸ਼ੀ ਆ ਤੇ ਉੱਥੇ ਕੁੰਡਲੀ ਵਿਖਾਉਣ ਚਲੇ ਗਏ ਵੀ ਸਾਡਾ ਕੰਮ ਨਹੀਂ ਚੱਲਦਾ, ਪੱਤਰੀ ਖਿਲਾਉਣੀ ਆ ਤੇ ਪੱਤਰੀ 'ਚ ਗ੍ਰਹਿ ਵੇਖਣੇ ਆ। ਉਹ ਜੋਤਸ਼ੀ ਪਤਾ ਕੀ ਕਹਿਣ ਲੱਗਾ? ਇਹ ਸਿੱਖ ਦੱਸਦਾ ਵੀ ਤੁਹਾਡੇ ਪਰਿਵਾਰ 'ਚੋਂ ਕਿਹੜਾ ਧਰਮੀ ਬੰਦਾ ਬਣਿਆ? ਉਹ ਸੋਚੀ ਗਏ ਇਹਦੇ ਭਰਾ ਜਿਹੜੇ ਸੀ, ਉਹਨਾਂ ਆਖਿਆ ਵੀ ਧਰਮੀ ਦਾ ਤਾਂ ਨਹੀਂ ਪਤਾ, ਇੱਕ ਸਿੱਖ ਜ਼ਰੂਰ ਬਣ ਗਿਆ। ਕਿਉਂ? ਉਹ ਹਿੰਦੂ ਆ ਸਾਰੇ। ਉਹ ਕਹਿੰਦਾ ਵੀ ਮੇਰੀ ਕੁੰਡਲੀ ਮੁਤਾਬਕ, ਮੇਰੇ ਭਗਵਾਨ ਗਣੇਸ਼ ਮੁਤਾਬਕ, ਮੇਰੀ ਕੁੰਡਲੀ ਇਹ ਕਹਿੰਦੀ ਵੀ ਤੁਹਾਡੀਆਂ 7 ਪੀੜ੍ਹੀਆਂ ਤਰਨਗੀਆਂ ਉਹਦੇ ਅੰਮ੍ਰਿਤ ਛਕਣ ਕਰਕੇ। ਇਹ ਹਿੰਦੂ ਇੱਕ ਕਹਿ ਰਿਹਾ। ਤਾਂ ਉਹ ਪਿੰਡ ਕੀ ਆ? ਕੱਟੂ। ਉੱਥੇ ਨੌਵੇਂ ਪਾਤਸ਼ਾਹ ਦਾ ਸਥਾਨ ਹੈ। ਅੱਜ ਵੀ ਉੱਥੇ ਬਰਕਤ ਮਹਾਰਾਜ ਦੀ ਵਰਤਦੀ ਹੈ। ਮਹਾਰਾਜ ਨੇ ਉੱਥੇ ਰਾਤ ਕੱਟੀ ਹੈ। ਪਹਿਲਾਂ ਇਹ ਬਾਰ-ਬਾਰ ਹੁੰਦਾ ਸੀ ਪਿੰਡ ਤੋਂ, ਹੁਣ ਕਾਫੀ ਸਮਾਂ ਹੋ ਗਿਆ, ਮੈਨੂੰ ਵੀ ਨਹੀਂ ਚੇਤਾ, ਦਾਸ ਨੇ ਵੀ ਨਹੀਂ ਦਰਸ਼ਨ ਕੀਤੇ। ਬੜਾ ਵੱਡਾ ਸਥਾਨ ਨੌਵੇਂ ਪਾਤਸ਼ਾਹ ਦਾ ਬਣਿਆ ਹੈ। ਆਏ ਕਹਿ ਹੰਡਿਆਏ ਨਾਮ ਨਗਰ ਆਰਾਮ ਕੀਨੋ, ਗ੍ਰਾਮ ਸੋ ਤਮਾਮ ਮੈਂ ਥਾਂ ਫੈਲਿਓ ਤਪ ਰੋਗ ਹੈ। ਸੋ ਅੱਜ ਵੀ ਸਤਿਗੁਰੂ ਦੀ ਉੱਥੇ ਪ੍ਰਤੱਖ ਕਰਾਮਾਤ ਵਰਤਦੀ। ਆਪਣੇ ਲਾਗੇ ਸ਼ੀਸ਼ਾ ਪਿਆ ਮਹਾਰਾਜ ਦਾ, ਵਰਤਦੀ ਇੱਥੇ ਵੀ ਹੈ, ਪਰ ਵਰਤੂਗੀ ਉਹ ਜਿਹੜੇ ਬਹਿਣਗੇ ਅੱਗੇ ਚੌਂਕੜਾ ਮਾਰ ਕੇ ਸਨਮੁਖ ਹੋ ਕੇ। ਬੜਾ ਹੈਰਾਨ ਹੋ ਰਿਹਾ ਸੀ। ਚਲੋ ਗੱਲ ਚੱਲ ਪਈ ਆ ਨੌਵੇਂ ਪਾਤਸ਼ਾਹ ਦੀ, ਤੇ ਨਾਲ ਇਹ ਵੀ ਚੱਲਣੀਆਂ ਤਿਲਕ ਜੰਜੂ, ਇਹ ਵੀ ਚੱਲਣੀ ਨਾਲ ਹੀ, ਤਿਲਕ ਜੰਜੂ ਰਾਖਾ ਪ੍ਰਭ ਤੱਕ। ਸਿੱਖੋ ਤੁਹਾਡੇ ਵਿੱਚ ਮਹਾਰਾਜ ਨੇ ਕਿੱਡੀ ਬਰਕਤ ਭਰੀ ਹੈ। ਆ ਕੱਲ ਕੇ ਪਰਸੋਂ ਕੱਲ ਸੱਚ ਅਯੋਧਿਆ ਵਿੱਚ ਰਾਮ ਮੰਦਿਰ ਦੀ ਨੀਂਹ ਰੱਖੀ ਨਾ, ਰੱਖੀ ਕਿ ਨਹੀਂ? ਭੂਮੀ ਪੂਜਨ ਕੀਤਾ ਨਾ।
ਤੇ ਬੜਾ ਹੈਰਾਨ ਹੋਇਆ ਮੈਂ। 500 ਸਾਲ ਲੱਗ ਗਿਆ ਜੇ ਉਹਨਾਂ ਨੂੰ, 500 ਸਾਲ। ਚਲੋ ਇਹ ਤੇ ਦਲੀਲਾਂ ਬਾਅਦ ਚ ਬਣ ਜਾਂਦੀਆਂ ਨਾ ਵੀ ਰਾਮ ਹੋਇਆ ਕਿ ਨਹੀਂ ਹੋਇਆ, ਇਹ ਤੇ ਵੱਖਰੀਆਂ ਗੱਲਾਂ। ਪਰ ਜੋ ਗੁਰਬਾਣੀ ਚ ਲਿਖ ਦਿੱਤਾ ਸਾਡੇ ਵਾਸਤੇ ਸੱਤ, ਸਤਿਗੁਰ ਕੀ ਬਾਣੀ ਸੱਤ, ਸੱਤ ਸੱਤ ਕਰ ਜਾਣੋ ਗੁਰ ਸਿੱਖੋ। ਤੇ ਗੁਰਬਾਣੀ ਕੀ ਕਹਿੰਦੀ ਹੈ? ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਫਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਤੁਸੀਂ ਹੈਰਾਨ ਹੋਵੋਗੇ 500 ਸਾਲ ਲੱਗੇ ਜੇ। ਤੇ ਇਹ ਤੇ ਸਿੱਧੀ ਜੀ ਗੱਲ ਆ ਵੀ ਸਾਡੀ ਕਿਸੇ ਦੀ ਜਗ੍ਹਾ ਤੇ ਕੋਈ ਕਬਜ਼ਾ ਕਰ ਲੇ, ਉਹ ਜ਼ੋਰ ਤੇ ਲਾਉਂਦਾ ਹੀ ਹੈ ਛਡਾਉਣ ਨੂੰ। ਨਾ ਛਡਾਵੇ ਤੇ ਫਿਰ ਕਹਿੰਦਾ ਕੋਈ ਨਹੀਂ ਸਾਡੀ ਸਰਕਾਰ ਆਊਗੀ ਫਿਰ ਕਰ ਲਾਂਗੇ ਗੱਲ ਤੇਰੇ ਨਾਲ। ਜਦੋਂ ਉਹਨਾਂ ਦੀ ਸਰਕਾਰ ਸੀ, ਬਾਬਰ ਨੇ ਹੁਕਮ ਦਿੱਤਾ ਮੀਰ ਨੂੰ, ਉਹਦਾ ਨਾਮ ਇਤਿਹਾਸ ਸ਼ਾਇਦ ਮੀਰ ਹੀ ਆਉਂਦਾ ਨਾ ਜਰਨਲ ਦਾ, ਵੀ ਢਾਹ ਕੇ ਇੱਥੇ ਮਸਜਿਦ ਬਣਾ ਦੇ। ਰਾਮ ਦਾ ਮੰਦਿਰ ਢਹਿ ਗਿਆ ਤੇ ਮਸਜਿਦ ਬਣ ਗਈ। 500 ਸਾਲ ਬਾਅਦ ਅੱਜ ਇਹਨਾਂ ਦੀ ਸਰਕਾਰ ਆਈ, ਮਸਜਿਦ ਢਹਿ ਗਈ ਤੇ ਕੀ ਬਣਨ ਲੱਗਾ? ਮੰਦਿਰ। ਜਾਣਦੇ ਨਾ ਸਾਰੇ। ਪਰ ਇੱਕ ਗੱਲ ਚੇਤੇ ਰੱਖਿਓ, ਸਰਕਾਰ ਸਾਡੀ ਵੀ ਸੀ। ਉਹ ਕੌਣ? ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ। ਉਹਨੂੰ ਕੀ ਕਹਿੰਦੇ ਸੀ? ਸਰਕਾਰ ਖਾਲਸਾ। ਨਾ ਕਿਸੇ ਦਾ ਮੰਦਿਰ ਢਾਇਆ, ਨਾ ਕਿਸੇ ਦੀ ਮਸਜਿਦ ਢਾਈ। ਆਹ ਫਰਕ ਆ ਸਾਡੇ ਵਿੱਚ। ਇਹ ਫਰਕ ਹੈ ਕਿ ਨਹੀਂ? ਅਬਦਾਲੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰੇ, ਸਿੰਘ ਉਸੇ ਵੇਲੇ ਹੀ ਸਭ ਕੋ ਖੜਾ ਕਰ ਦੇਣ। ਉਹ ਸਿੱਖਾਂ ਵਿੱਚ ਮੈਂ ਸੋਚਦਾ ਪਿਆ ਸੀ, ਜੇ 10ਵੇਂ ਪਾਤਸ਼ਾਹ ਅੰਮ੍ਰਿਤ ਨਾ ਛਕਾਉਂਦੇ, ਹਾਲ ਆਪਣਾ ਵੀ ਇਹਨਾਂ ਨੇ ਬੁਰਾ ਕਰਨਾ ਸੀ। ਮੱਸੇ ਰੰਗੜ ਨੇ ਕੀਤਾ ਕਬਜ਼ਾ ਕਿ ਨਹੀਂ ਹਰਿਮੰਦਰ ਸਾਹਿਬ? ਇਹਨਾਂ ਕੀ ਬਣਾਉਣਾ ਸੀ ਉੱਥੇ ਫਿਰ? ਹਰਿਮੰਦਰ ਸਾਹਿਬ ਜਦੋਂ ਮੰਜੀ ਡਾਹ ਕੇ ਮੱਸਾ ਰੰਗੜ ਬਹਿ ਗਿਆ, ਕੰਜਰੀ ਨਚਾਉਣ ਲੱਗ ਪਿਆ, ਤਾਂ ਕੀ ਬਣਾਉਣਾ ਸੀ ਇਹਨਾਂ ਨੇ ਫਿਰ? ਜੇ ਇੱਥੋਂ ਭਾਈ ਸੁੱਖਾ ਸਿੰਘ, ਮਤਾਬ ਸਿੰਘ ਅਰਦਾਸ ਕਰਕੇ ਨਾ ਤੁਰਦੇ, ਉਹਦਾ ਸਿਰ ਨਾ ਲਾਉਂਦੇ, ਤੇ ਹੋਣੀ ਆਪਣੇ ਨਾਲ ਵੀ ਬੁਰੀ ਸੀ। ਇਹਨਾਂ ਨਾਲੋਂ ਵੀ ਪਤਾ ਕਿਉਂ? ਇਹਨਾਂ ਦੀ ਤੇ ਗਿਣਤੀ ਵਾਹ ਵਾਹ ਵਾਹ, ਆਪਣੀ ਤੇ ਉਦੋਂ ਹੈ ਵੀ ਕੁਝ ਨਹੀਂ ਸੀ। ਇਹ ਤੇ ਫੇਰ 500 ਸਾਲ ਬਾਅਦ ਆ ਗਏ, ਆਪਣਾ ਪਤਾ ਨਹੀਂ ਕੀ ਬਣਦਾ ਸੀ। 2.5 ਕਰੋੜ ਸਿੱਖਾਂ ਦੀ ਆਬਾਦੀ ਹੋਵੇ ਸਾਰੇ ਦੇਸ਼ 'ਚ, ਅਬਦਾਲੀ ਜੇ ਹਰਿਮੰਦਰ ਸਾਹਿਬ ਦੀ ਬੇਅਦਬੀ ਕਰੇ, ਇਹ ਫੇਰ ਹਰਿਮੰਦਰ ਸਾਹਿਬ ਖੜਾ ਕਰ ਦੇਣ, ਇਹ ਫੇਰ ਸਰੋਵਰ ਪੁੱਟ ਲੈਣ। ਇੰਨਾ ਫਰਕ ਜੇ ਖਾਲਸੇ ਦੀ ਸਪਿਰਟ ਦਾ। ਜਿਨ੍ਹਾਂ ਅੰਮ੍ਰਿਤ ਛਕ ਲਿਆ ਉਹਨਾਂ ਨੇ ਕੁਝ ਸਮਾਂ ਪੈਣ ਦਿੱਤਾ, ਤੇ ਜਿਹੜੇ ਅੰਮ੍ਰਿਤ ਤੋਂ ਬਾਗੀ ਰਹੇ ਅੱਜ 500 ਸਾਲ ਬਾਅਦ ਜਾ ਕੇ ਮਸਾਂ ਵਾਰੀ ਆਈ ਜੇ ਬਣਾਉਣ। ਉਹ ਵੱਖਰੀ ਗੱਲ ਆ। 10ਵੇਂ ਪਾਤਸ਼ਾਹ ਕਹਿੰਦੇ ਸਾਧ ਅਸਾਧ ਜਾਣੋ ਨਹੀਂ। ਇਹ ਤਾਂ ਇਤਿਹਾਸ ਫੈਸਲਾ ਕਰੇਗਾ ਕੌਣ ਚੰਗਾ ਕੌਣ ਮਾੜਾ। ਸਾਧ ਅਸਾਧ ਜਾਣੋ ਨਹੀਂ, ਬਾਦ ਸੁਬਾਦ ਵਿਵਾਦ, ਗ੍ਰੰਥ ਸਗਲ ਪੂਰਨ ਕੀਓ ਭਗਤ ਕਿਰਪਾ। ਚੰਗਾ ਮਾੜਾ ਇਹ ਤਾਂ ਇਤਿਹਾਸਕ ਬੰਦੇ, ਵਿਦਵਾਨ ਬੰਦੇ ਫੈਸਲਾ ਕਰਨ। ਸੋ ਰਹੋ ਵਿਚਾਰ, ਕਿੱਡੀ ਵੱਡੀ ਕਿਰਪਾ ਵਾ ਸਿੱਖਾਂ ਉੱਤੇ। ਤੇ ਜੇ ਕਿਤੇ ਮਹਾਰਾਜ ਜੀ ਤੁਸੀਂ ਅੰਮ੍ਰਿਤ ਨਾ ਛਕਾਉਂਦੇ, ਫਿਰ ਪਤਾ ਨਹੀਂ ਸਾਡਾ ਵੀ ਕੀ ਹਾਲ ਹੋਣਾ ਸੀ। ਇਹਨਾਂ ਕੁੱਟ ਕੇ ਸਭ ਗੁਰਦੁਆਰਿਆਂ ਤੇ ਪਤਾ ਨਹੀਂ ਕੀ ਬਣਾ ਦੇਣਾ ਸੀ। ਸੋ ਇਸ ਪਾਸੇ ਨਾ ਜਾਵਾਂ। ਜਿੱਥੇ 9ਵੇਂ ਪਾਤਸ਼ਾਹ ਦੀ ਗੱਲ ਚੱਲੇਗੀ, ਉੱਥੇ ਨਾਲ ਕੀ ਚੱਲੇਗਾ? ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮਹਿ ਸਾਕਾ। ਸਾਧਨ ਹੇਤ ਇਤੀ ਜਿਨ ਕਿਰੀ, ਸੀਸ ਦਿਆ ਪਰ ਸੀ ਨਾ ਉਚਰੀ। ਤੇਗ ਬਹਾਦਰ ਕੇ ਚਲਤ ਭਇਓ, ਜਗਤ ਕੋ ਸੋਕ ਹੈ ਸਭ ਜਗ ਭਇਓ। ਜੈ 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 ਸੁਰ ਲੋਕ। ਸੰਭਾਲ ਕੇ ਰੱਖ ਲਓ ਭਾਈ, ਤੁਹਾਡੀ ਚੀਜ਼ ਹੈ। ਅਸੀਂ ਨਾ ਉਹਨਾਂ ਦੀ ਮਾੜੀ ਕਰੀਏ ਨਾ ਤੁਹਾਡੀ ਮਾੜੀ ਕਰੀਏ। ਕੋਈ ਜ਼ੁਲਮ ਕਰੂਗਾ, ਉਹ ਹਿੰਦੂ ਹੋਵੇ, ਮੁਸਲਮਾਨ ਹੋਵੇ, ਈਸਾਈ ਹੋਵੇ, ਜਿਹੜਾ ਵੀ ਜ਼ੁਲਮ ਕਰੂਗਾ, ਧੱਕਾ ਕਰੂਗਾ, ਸਿੱਖ ਨੇ ਉਹਦੇ ਖਿਲਾਫ ਡਟਣਾ ਹੀ ਡਟਣਾ ਹੈ। ਗੱਲ ਮੁੱਕਦੀ ਇੱਥੇ ਆਉਂਦੀ ਹੈ।
ਸੋ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਕੱਟੂ ਪਿੰਡ ਨੂੰ ਤਾਰਦੇ ਹੋਏ ਇਸ ਤੋਂ ਅੱਗੇ ਚੱਲੇ ਨੇ ਸਿੱਖਾਂ ਨੂੰ ਦਰਸ਼ਨ ਦੇ ਕੇ। ਆਏ ਕਹਿ ਹੰਡਿਆਏ ਨਾਮ ਨਗਰ ਆਰਾਮ ਕੀਨੋ, ਗ੍ਰਾਮ ਸੋ ਤਮਾਮ ਮੈਂ ਥਾਂ ਫੈਲਿਓ ਤਾ ਪਰੋਗ ਹੈ। ਆਣ ਕੇ ਹੰਡਿਆਏ ਨਗਰ ਚ ਮਹਾਰਾਜ ਨੇ ਆਰਾਮ ਕੀਤਾ ਹੈ। ਹੁਣ ਹੰਡਿਆਏ ਨਗਰ ਦਾ ਜਿਹੜਾ ਪੈਂਚ ਸੀ, ਇਹਨੇ ਵੀ ਨੌਵੇਂ ਪਾਤਸ਼ਾਹ ਦੀ ਮਹਿਮਾ ਨੂੰ ਨਹੀਂ ਜਾਣਿਆ ਹੈ। ਇਹਦੇ ਪੁੱਤ ਨੂੰ ਚੜਿਆ ਤਾਪ, ਬੁਖਾਰ ਬਹੁਤ ਜ਼ਿਆਦਾ, ਬੜਾ ਇਲਾਜ ਕਰਾਇਆ ਇਹਨੇ, ਠੀਕ ਨਾ ਹੋਵੇ। ਅਖੀਰ ਇਹ ਸ਼ਰਧਾ ਤੋਂ ਬਿਨਾ, ਇਹਨੂੰ ਭਾਵਨਾ ਨਹੀਂ ਇੰਨੀ ਵੀ ਮੈਂ ਸੇਵਾ ਕਰਾਂ, ਪਰ ਇਹਦੇ ਮਨ ਚ ਆਈ ਇੱਕ ਵਾਰੀ ਜਾ ਕੇ ਇਹਦੇ ਵੇਖਾਂ, ਜੇ ਮੇਰੇ ਪੁੱਤ ਦਾ ਤਾਪ ਠੀਕ ਹੋ ਜੇ, ਬੁਖਾਰ ਠੀਕ ਹੋ ਜੇ, ਤੇ ਮੈਂ ਫਿਰ ਇਹਨਾਂ ਨੂੰ ਪੂਰਾ ਸੰਤ, ਪੂਰਾ ਗੁਰੂ ਮੰਨਾਂਗਾ। ਇਹ ਭਾਵਨਾ ਰੱਖ ਕੇ ਮਨ ਦੇ ਵਿੱਚ ਹੰਡਿਆਏ ਦਾ ਪੈਂਚ ਜਿਹੜਾ ਸੀ, ਇਹ ਮਹਾਰਾਜ ਦੇ ਦਰਬਾਰ ਚ ਆਉਂਦਾ ਹੈ। ਇਹਨਾਂ ਦੇ ਪਿੰਡ ਚ ਸੀ ਕੱਚੀ ਢਾਬ। ਮਹਾਰਾਜ ਕਹਿੰਦੇ ਭਾਈ ਸਤਨਾਮ ਵਾਹਿਗੁਰੂ ਦਾ ਜਾਪ ਕਰ। ਸਿਮਰਨ ਕਰਾਉਣ ਤੋਂ ਬਾਅਦ ਮਹਾਰਾਜ ਕਹਿੰਦੇ ਜਾ ਢਾਬ ਚ ਇਸ਼ਨਾਨ ਕਰਾ। ਇਸ਼ਨਾਨ ਕਰਾਉਣ ਤੋਂ ਬਾਅਦ ਇਹਦਾ ਪੁੱਤ ਜੀ ਦਾ ਬੁਖਾਰ ਠੀਕ ਨਹੀਂ ਸੀ ਹੁੰਦਾ, ਉਹ ਲੈ ਜਾਂਦਾ, ਉਹ ਠੀਕ ਹੋ ਜਾਂਦਾ। ਆਪਾਂ ਪੜ੍ਹਦੇ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਇੱਥੇ ਤੇ ਇੱਕ ਤਾਪ ਦੀ ਗੱਲ ਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਤਿੰਨੇ ਹੀ ਲਾ ਦਿੰਦੇ, ਆਦਿ ਵਿਆਧੀ ਉਪਾਧੀ। ਆਪਾਂ ਇਹ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ, ਰੋਗੀ ਕਾ ਪ੍ਰਭ ਖੰਡਹੁ ਰੋਗ। ਗੁਰਬਾਣੀ ਵਿੱਚ ਇਹ ਪਵਿੱਤਰ ਵਾਕ ਆਉਂਦੇ ਹਨ। ਤਾਂ ਹੋਇਆ ਕਿ ਇਹ ਠੀਕ ਹੋ ਗਿਆ, ਇਹਦੀ ਸ਼ਰਧਾ ਜਾਗੀ। ਤਾਂ ਕਹਿੰਦੇ ਇਤਿਹਾਸ ਤੇ ਇਹ ਵੀ ਕਹਿੰਦਾ ਵੀ ਸਾਰਾ ਪਿੰਡ ਹੀ ਹੌਲੀ ਹੌਲੀ ਬਿਮਾਰ ਹੋ ਗਿਆ ਸੀ। ਤਾਂ ਉਸ ਕੱਚੀ ਢਾਬ 'ਚ ਇਸ਼ਨਾਨ ਕਰਨ ਤੋਂ ਬਾਅਦ ਠੀਕ ਹੋਏ ਨੇ। ਉਹਦਾ ਢਾਬ ਦਾ ਨਾਂ ਰੱਖਿਆ, ਫਿਰ ਸਰੋਵਰ ਦਾ ਨਾਂ ਰੱਖਿਆ ਗੁਰੂਸਰ। ਉਹਦਾ ਨਾਮ ਕੀ ਪਿਆ ਫਿਰ? ਗੁਰੂਸਰ। ਇਹ ਪਿੰਡ ਨੇ ਫਿਰ ਬੜੀ ਸ਼ਰਧਾ ਨਾਲ ਸੇਵਾ ਕੀਤੀ। ਜਦੋਂ ਸਤਿਗੁਰੂ ਜੀ ਨੇ ਇਹਨਾਂ ਦਾ ਰੋਗ ਮੇਟਿਆ, ਆਏ ਗੁਰ ਪਾਸ ਜੋ ਨਲਾਏ ਖਾਮ ਤਾਲ ਮੈਸੋ, ਉਨ ਕੋ ਬਿਲਾਇਓ ਤਾਪ ਪਾਪ ਸਾਪ ਸੋਗ ਹੈ। ਜਿਹੜਾ ਵੀ ਬਿਮਾਰ ਆਇਆ ਉਹਨੂੰ ਕੱਚੇ ਸਰੋਵਰ 'ਚ ਇਸ਼ਨਾਨ ਕਰਾਇਆ ਗਿਆ। ਉਹਦੇ ਇਸ਼ਨਾਨ ਕਰਨ ਤੋਂ ਉਪਰੰਤ ਤਾਪ, ਪਾਪ, ਸਾਪ ਜੋ ਵੀ ਲੱਗਦਾ ਹੈ, ਇਹ ਸਾਰੇ ਹੀ ਮਿਟ ਗਏ ਹਨ। ਧੌਲੇ ਪਿੰਡ ਜਾਏ ਮੌੜੀ ਬਾਹਰ ਥਿਰਾਏ ਪੂਨਾ, ਢਿਲਮਾ ਮੈਂ ਆਏ ਕੈ ਸਰਾਧ ਕਰਵਾਏ ਹੈ। ਇਹ ਤੋਂ ਅੱਗੇ ਫਿਰ ਮਹਾਰਾਜ ਜੀ ਧੌਲੇ ਪਿੰਡ ਗਏ ਨੇ। ਧੌਲੇ ਪਿੰਡ ਦੀ ਜੂਹ ਮਹਾਰਾਜ ਦੀ ਘੋੜੀ ਨੇ ਲੰਘੀ ਨਹੀਂ। ਕੈ ਸਰਾਧ ਕਰਵਾਏ ਹੈ। ਇਹ ਤੋਂ ਅੱਗੇ ਫਿਰ ਮਹਾਰਾਜ ਜੀ ਧੌਲੇ ਪਿੰਡ ਗਏ ਨੇ। ਧੌਲੇ ਪਿੰਡ ਦੀ ਜੂਹ ਮਹਾਰਾਜ ਦੀ ਘੋੜੀ ਨੇ ਲੰਘੀ ਨਹੀਂ। ਸਿੱਖਾਂ ਪੁੱਛਿਆ ਮਹਾਰਾਜ ਤੁਰਦੀ ਨਹੀਂ। ਬੜੇ ਕੌਤਕ ਨੇ ਇਤਿਹਾਸ ਦੇ। ਮਹਾਰਾਜ ਕਹਿੰਦੇ ਬੇਮੁਖਾਂ ਦਾ ਪਿੰਡ ਆ, ਤੁਰਕਾਂ ਨੂੰ ਮੰਨਣ ਵਾਲਿਆਂ ਦਾ ਪਿੰਡ ਆ, ਪਰਮਾਤਮਾ ਦੇ ਭਰੋਸਾ ਨਹੀਂ, ਮੜੀਆਂ ਮਸਾਣੀਆਂ ਨੂੰ ਮੰਨਣ ਵਾਲੇ। ਉਹਨਾਂ ਜ਼ੋਰ ਵੀ ਲਾਇਆ ਪਰ ਘੋੜੀ ਤੁਰੀ ਨਹੀਂ। ਤੇ ਮੌੜੀ ਪਿੰਡ ਦੇ ਬਾਹਰ-ਬਾਹਰ ਢਾਬ ਸੀ, ਮਾਹੀਵਾਲ। ਜੇ ਦਾਸ ਨਾ ਭੁੱਲੇ, ਢਾਬ ਦਾ ਨਾਂ ਸੀ ਮਾਹੀਵਾਲ। ਉੱਥੇ ਮਹਾਰਾਜ ਨੇ ਫਿਰ 5 ਇਸ਼ਨਾਨਾ ਕੀਤਾ। ਸਿੱਖਾਂ ਨੇ ਬੇਨਤੀ ਕੀਤੀ ਫਿਰ ਮਹਾਰਾਜ ਧੌਲੇ ਪਿੰਡ ਦਾ ਉਧਾਰ ਕਿਵੇਂ? ਤਾਂ ਸਤਿਗੁਰੂ ਕਹਿੰਦੇ ਸਮਾਂ ਆਵੇਗਾ ਇਹ ਵੀ ਗੁਰੂ ਕੇ ਸਿੱਖ ਬਣਨਗੇ, ਸਾਰਾ ਪਿੰਡ ਗੁਰੂ ਕੇ ਸਿੱਖਾਂ ਦਾ ਹੋਵੇਗਾ। ਮਹਾਰਾਜ ਦਾ ਬਚਨ ਪੂਰਾ ਹੋਇਆ। ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਆਪ ਕਿਰਪਾ ਕਰਕੇ ਕੋਈ ਸਿੱਖ ਛੱਡ ਕੇ ਜਾਓ ਜਿਹੜਾ ਗੁਰਮਤ ਦਾ ਪ੍ਰਚਾਰ ਕਰਿਆ ਕਰੇ। ਤਾਂ ਸਤਿਗੁਰੂ ਨੇ ਆਖਿਆ ਸਮਾਂ ਪਾ ਕੇ ਸਾਡਾ ਸਿੱਖ ਆਪਣੇ ਆਪ ਆਵੇਗਾ। ਤਾਂ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਸ਼੍ਰੀਮਾਨ ਭਾਈ ਸੋਭਾ ਸਿੰਘ ਜੀ ਹੋਏ ਨੇ, ਉਹਨਾਂ ਫਿਰ 60 ਸਾਲ ਇਸ ਇਲਾਕੇ 'ਚ ਗੁਰਮਤ ਦਾ ਪ੍ਰਚਾਰ ਕੀਤਾ। 60 ਸਾਲ ਸਤਿਗੁਰੂ ਦੇ ਬਚਨ ਪੂਰੇ ਹੋਏ। ਤਾਂ ਮੌੜੀ ਪਿੰਡ ਦੀ ਮਾਹੀਵਾਲ ਢਾਬ ਤੇ 5 ਇਸ਼ਨਾਨਾ ਕਰਕੇ
ਫਿਰ ਰਾਤ ਮਹਾਰਾਜ ਚਲ ਗਏ ਨੇ ਢਿਲਵਾਂ ਪਿੰਡ। ਏਕ ਸਤ ਗਾਏ ਦਾਨ ਦਿਜਨ ਕੋ ਦਾਏ, ਜਗ ਰਚ ਕੈ ਮਹਾਏ ਬਹੁ ਭੋਜਨ ਖੁਲਾਏ ਹੈ। ਇੱਥੇ ਫਿਰ ਸਤਿਗੁਰਾਂ ਨੂੰ ਬੇਨਤੀ ਕੀਤੀ ਢਿਲਵਾਂ ਪਿੰਡ ਦੀਆਂ ਸੰਗਤਾਂ ਨੇ ਕਿ ਸੱਚੇ ਪਾਤਸ਼ਾਹ ਸਮਾਗਮ ਕੀਤਾ ਜਾਵੇ, ਤਾਂ ਬਹੁਤ ਵੱਡਾ ਭੰਡਾਰਾ ਇੱਥੇ ਕੀਤਾ ਗਿਆ। ਇੱਥੇ ਕੋਈ ਵੀ ਆਇਆ, ਭਾਵੇਂ ਗਰੀਬ, ਭਾਵੇਂ ਅਮੀਰ, ਭਾਵੇਂ ਉੱਚੀ ਜਾਤ ਦਾ, ਭਾਵੇਂ ਨੀਵੀਂ ਜਾਤ ਦਾ, ਭਾਵੇਂ ਬ੍ਰਾਹਮਣ, ਜਿਨਨੇ ਜੋ ਮੰਗ ਕੀਤੀ ਮਹਾਰਾਜ ਨੇ ਇੱਥੇ ਪੂਰੀ ਕੀਤੀ। ਤੇ ਗਿਆਨੀ ਜੀ ਲਿਖਦੇ ਬੜਾ ਵੱਡਾ ਲੰਗਰ ਕੀਤਾ ਮਹਾਰਾਜ ਨੇ ਇੱਥੇ। ਬ੍ਰਾਹਮਣਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਸਾਨੂੰ ਗਊਆਂ ਦਿਓ, ਤਾਂ ਕਹਿੰਦੇ 100 ਗਾਂ ਦਿੱਤੀ ਮਹਾਰਾਜ ਨੇ ਇਹਨਾਂ ਨੂੰ। ਗਰੀਬਾਂ ਨੇ ਬੇਨਤੀ ਕੀਤੀ, ਸਾਧਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਲੰਗਰ ਛਕਾਓ, ਤਾਂ ਮਹਾਰਾਜ ਨੇ ਲੰਗਰ ਛਕਾਇਆ। ਪੱਕੇ ਭੰਡਾਰੇ ਕੀਤੇ ਇਸ ਢਿਲਵਾਂ ਪਿੰਡ ਦੇ ਵਿੱਚ, ਕਿਉਂ ਗੁਰਬਾਣੀ ਦਾ ਕਥਨ ਹੈ ਜੈਸੀ ਭੂਖ ਤੈਸੀ ਕਾ ਪੂਰਕ। ਜਿਹੋ ਜੀ ਕਿਸੇ ਦੀ ਢਿੱਡ ਦੀ ਭੁੱਖ ਆ, ਰੱਬ ਉਹੋ ਜੀ ਵਸਤੂ ਉਹਨੂੰ ਦਿੰਦਾ ਹੈ। ਆਪਾਂ ਮੂੰਹ ਤੋਂ ਜੋ ਮਰਜ਼ੀ ਬੋਲੀ ਜਾਈਏ, ਇਹ ਬਚਨ ਵੀ ਚੇਤੇ ਰੱਖਣੇ ਪੈਣ। ਬੋਲਿਆ ਮੂੰਹ ਅਸੀਂ ਜੋ ਮਰਜ਼ੀ ਕਹੀ ਜਾਈਏ। ਬਾਬਾ ਆਦਮ ਉਤੋਂ ਕੀ ਕਹਿੰਦਾ, ਮਹਾਰਾਜ ਬੜੀ ਕਿਰਪਾ, ਮਹਾਰਾਜ ਬੜੀ ਕਿਰਪਾ, ਪਰ ਢਿੱਡ ਕੀ ਕਹਿੰਦਾ, ਇਹ ਪੁੱਤ ਨਹੀਂ ਹੋਇਆ। ਸੰਗਤ ਅੱਗੇ ਸ਼ਰਮ ਵੀ ਆ ਗਈ ਨਾ, ਇਹ ਦਾੜੀ ਚਿੱਟੀ ਹੋ ਗਈ, ਹੁਣ ਪੁੱਤ ਮੰਗਦਿਆਂ ਸੰਗ ਨਹੀਂ ਆਉਂਦੀ। ਮੂੰਹੋਂ ਕੀ ਕਹਿੰਦਾ, ਕੁਝ ਨਹੀਂ ਚਾਹੀਦਾ ਮਹਾਰਾਜ, ਕਿਰਪਾ ਤੁਹਾਡੀ, ਕੁਝ ਨਹੀਂ ਚਾਹੀਦਾ। ਢਿੱਡ ਕੀ ਕਹਿੰਦਾ, ਢਿੱਡ ਕਹਿੰਦਾ ਵੀ ਜੇ ਕਿਤੇ ਮਹਾਰਾਜ ਇੱਕ ਹੀ ਦੇ ਦੇਣਾ, ਇੰਨੀ ਮੇਰੀ ਜਾਇਦਾਦ ਕੌਣ ਸੰਭੂਗਾ। ਇਸ ਕਰਕੇ ਜੈਸੀ ਭੂਖ ਤੈਸੀ ਕਾ ਪੂਰਕ। ਬੋਲ ਵੱਧ ਘੱਟ ਹੋ ਸਕਦੇ ਆ, ਪਰ ਵਸਤੂ ਗੁਰੂ ਘਰੋਂ ਉਹ ਮਿਲਦੀ ਜਿਹੜੀ ਆਂਦਰਾਂ ਦੀ ਭੁੱਖ, ਜਿਹੜੀ ਢਿੱਡ ਦੀ ਭੁੱਖ ਹੈ। ਸੋ ਇੱਥੇ ਸਾਧ ਸੰਗਤ ਜੀ, ਸਤਿਗੁਰਾਂ ਨੇ ਬੜੀ ਕਿਰਪਾ ਕੀਤੀ। ਨੰਗਿਆਂ ਨੂੰ ਕੱਪੜਾ, ਭੁੱਖਿਆਂ ਨੂੰ ਪ੍ਰਸ਼ਾਦਾ, ਬੜਾ ਵੱਡਾ ਭੰਡਾਰਾ ਕੀਤਾ ਗਿਆ। ਤੇ ਇਤਿਹਾਸ ਦੇ ਬੋਲ ਨੇ ਕਿ ਨੰਗਾ ਭੁੱਖਾ ਅਰਥੀਆ ਖਾਲੀ ਕੋਏ ਨਾ ਜਾਏ। ਇਤਿਹਾਸ ਕੀ ਕਹਿੰਦਾ ਹੈ ਵੀ ਜਦੋਂ ਸਿੱਖਾਂ ਦਾ ਰਾਜ ਹੋਇਆ, ਨਾ ਨੰਗਾ ਰਹੂਗਾ, ਨਾ ਭੁੱਖਾ ਰਹੂਗਾ, ਨਾ ਅਰਥੀਆ ਮੈਨੇ ਲੋੜਵੰਦ ਰਹੂ। ਇਹ ਸਾਰੀ ਕਿਰਪਾ ਮਹਾਰਾਜ ਨੇ ਗੁਰਸਿੱਖਾਂ ਉੱਤੇ ਕੀਤੀ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ ਇਸ ਤੋਂ ਅੱਗੇ ਜਾਣ ਦੀ। ਬੜਾ ਸੁੰਦਰ ਪ੍ਰਸੰਗ। ਢਿਲਵਾਂ ਪਿੰਡ ਵੈਸੇ ਵੀ ਇਤਿਹਾਸਿਕ ਪਿੰਡ ਹੈ। ਬਾਅਦ ਚ 10ਵੇਂ ਪਾਤਸ਼ਾਹ ਨੇ ਵੀ ਚਰਨ ਪਾਏ ਨੇ। ਸੋਢੀ ਵੀ ਇੱਥੇ ਵਸਦੇ ਰਹੇ ਨੇ। ਮਹਾਰਾਜ ਦੀਆਂ ਨਿਸ਼ਾਨੀਆਂ ਵੀ ਨੇ। ਇਤਿਹਾਸਕ ਪਿੰਡ ਮੰਨਿਆ ਜਾਂਦਾ ਹੈ। ਸੋ ਗੁਰੂ ਕਿਰਪਾ ਕਰੇ, ਗੁਰੂ ਮਿਹਰ ਕਰੇ, ਸਤਿਗੁਰੂ ਆਪਣੇ ਦਰ ਕਰਦਾ ਪ੍ਰੇਮ ਬਖਸ਼ਣ। ਆਪ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਦੁਬਾਰਾ ਫੇਰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਸਮਾਂ ਜੋ ਸਤਿਗੁਰਾਂ ਦੇ ਦਰ ਉੱਤੇ ਸਾਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸਹਿਯੋਗ ਸਦਕਾ ਮਿਲਿਆ ਹੈ। ਦਮਦਮੀ ਟਕਸਾਲ ਵੱਲੋਂ ਸਥਾਪਨਾ ਦਿਵਸ ਬੜੇ ਪ੍ਰੇਮ ਨਾਲ ਹਰ ਸਾਲ ਮਨਾਇਆ ਜਾਂਦਾ ਹੈ। ਇਹ ਸਾਲ ਵੀ ਮਨਾਇਆ ਜਾ ਰਿਹਾ ਹੈ। ਸੋ ਕੱਲ ਨੂੰ ਜੋ ਤਖਤ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਦੇ ਪਾਠ ਚੱਲ ਰਹੇ ਨੇ, ਉਹਨਾਂ ਦੀ ਸਮਾਪਤੀ 9:30 ਹੋਵੇਗੀ। ਔਰ 9:30 ਤੋਂ ਬਾਅਦ ਅਰਦਾਸ ਤੋਂ ਬਾਅਦ ਤਖਤ ਸਾਹਿਬ ਉੱਪਰ ਗੁਰਮਤਿ ਸਮਾਗਮ ਹੋਵੇਗਾ। ਇਹ ਬੇਨਤੀਆਂ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ। ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ ਜੀ। ਲੇਖਿਆ ਕਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਜੇ ਕਿਸੇ ਨੂੰ ਵਧੇਰੇ ਜਾਣਕਾਰੀ ਚਾਹੀਦੀ ਹੋਵੇ ਤਾਂ ਮਹਾਂਪੁਰਸ਼ਾਂ ਵੱਲੋਂ ਜਥੇਦਾਰ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਹਾਜ਼ਰੀ ਭਰ ਰਹੇ ਨੇ, ਉਹਨਾਂ ਪਾਸੋਂ ਲੈ ਸਕਦੇ ਹੋ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਨੁਗਰੇ ਪੁਣੇ ਦੀ ਜੂਠ ਲਾਈਏ, ਤੇ ਨਾ ਹਮ ਹਿੰਦੂ ਨਾ ਮੁਸਲਮਾਨ,
अल्लाह राम के पिंड पुराण जबरा खालसा रहे न्यारा तब लग तेज दियो मैं सारा। इन्हां महावाकां ते गुरु किरपा करे असी चलीए। आओ हुण कथा विचार दी इत्थे ही समाप्ति है जी। आप संगतां ने असीस बख्शणी। सवेरे भी गुरबाणी की लड़ीवार कथा की हाज़री भरन का समा सतगुरु जी ने सिंह साहब जी ने दिता है। सो सतगुरां दे चरनां विच हाज़री भरी जाएगी। सो भुल चुक दी खिमा जी। आओ कथा विचार की समाप्ति करते हुए सतगुरां के बेनती करिए। एक बारी सारियां संगतां हाथ जोड़ के बेनती करिए जी। कृपा करो दीन के दाते मेरा गुण अवगुण ना विचारो कोई। माटी का क्या धोपै स्वामी मानस की गत। यही लेखै कतै ना छूटिए खिन खिन भूलण हार। बख्शन हार बख्श लै नानक पार उतार। तौले पिंड जाए मौड़ी बाहर थिराए पुना। ढिलमा मैं आए कै श्राद्ध करवाए है। एक सत गाए दान दिजन को दाए। जग रच कै महाए बहु भोजन खुलाए है। वाहिगुरु जी का खालसा वाहिगुरु जी की फतेह।